ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਬਈ ਨਦੀ ਵਿੱਚ ਚੁੱਭੀ ਮਾਰ ਕੇ ਅਕਾਲ ਪੁਰਖ ਵਾਹਿਗੁਰੂ ਦੇ ਪਾਸ ਸੱਚਖੰਡ ਵਿਖੇ ਗਏ ਤਾਂ ਉੱਥੇ ਜਾ ਕੇ ਅਕਾਲ ਪੁਰਖ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਸਵਾਲ ਕੀਤਾ ਕਿ ਜਿਸ ਕਾਰਜ ਦੇ ਲਈ ਮੈਂ ਤੁਹਾਨੂੰ ਸੰਸਾਰ ਦੇ ਵਿੱਚ ਭੇਜਿਆ ਸੀ, ਕੀ ਤੁਸੀਂ ਉਹ ਹਾਲੇ ਕਾਰਜ ਆਰੰਭ ਨਹੀਂ ਕੀਤਾ ਦੁਨੀਆ ਦੇ ਉਧਾਰ ਦਾ? ਤਾਂ ਗੁਰੂ ਨਾਨਕ ਸਾਹਿਬ ਜੀ ਦਾ ਜਵਾਬ ਸੀ, ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀਓ, ਆਪ ਜੀ ਦੀ ਇਹ ਇੱਕ ਮਰਜ਼ਾਦਾ ਬਣਾਈ ਹੋਈ ਹੈ ਬਈ ਗੁਰੂ ਵਾਲੇ ਹੋ ਕੇ ਹੀ ਅੱਗੇ ਗੁਰਮਤ ਦਾ, ਗੁਰਸਿੱਖੀ ਦਾ, ਨਾਮ ਦਾ, ਧਰਮ ਦਾ ਪ੍ਰਚਾਰ ਕੀਤਾ ਜਾ ਸਕਦਾ ਹੈ। ਹਾਲੇ ਮੈਂ ਪਹਿਲਾਂ ਆਪ ਹੀ ਗੁਰੂ ਵਾਲਾ ਨਹੀਂ ਬਣਿਆ ਤੇ ਮੈਂ ਕਿਸੇ ਮਿਸ਼ਨ ਦਾ ਪ੍ਰਚਾਰ ਕਿਵੇਂ ਕਰ ਸਕਦਾ ਸੀ? ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਪ੍ਰਸੰਨ ਹੋ ਕੇ ਆਖਿਆ ਬਈ ਤੁਸਾਂ ਕਿਸੇ ਨੂੰ ਗੁਰੂ ਧਾਰਨ ਕਰ ਲੈਣਾ ਸੀ। ਤਾਂ ਗੁਰੂ ਨਾਨਕ ਸਾਹਿਬ ਜੀ ਦਾ ਇਹ ਜਵਾਬ ਸੀ ਕਿ ਸੰਸਾਰ ਦੇ ਅੰਦਰ ਸਾਨੂੰ ਪੂਰਾ ਗੁਰੂ ਕੋਈ ਨਜ਼ਰ ਆਇਆ ਹੀ ਨਹੀਂ, ਇਸ ਲਈ ਮੈਂ ਕਿਸੇ ਦੇਹਧਾਰੀ ਨੂੰ ਆਪਣਾ ਗੁਰੂ ਨਹੀਂ ਧਾਰਨ ਕੀਤਾ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਫਿਰ ਪੁੱਛਿਆ ਵੀ ਹੁਣ ਤੁਹਾਡੀ ਕੀ ਇੱਛਾ ਹੈ, ਕੀ ਅਭਿਲਾਖਾ ਹੈ, ਕੀ ਲਾਲਸਾ ਹੈ? ਤਾਂ ਗੁਰੂ ਨਾਨਕ ਸਾਹਿਬ ਜੀ ਨੇ ਹੱਥ ਜੋੜੇ, ਕਹਿਣ ਲੱਗੇ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਹੁਣ ਤੁਸੀਂ ਕਿਰਪਾ ਕਰੋ, ਤੁਸੀਂ ਆਪ ਸਾਡੇ ਗੁਰੂ ਹੋ ਕੇ ਸਾਨੂੰ ਨਾਮ ਦ੍ਰਿੜ ਕਰਵਾਓ। ਅਕਾਲ ਪੁਰਖ ਬਹੁਤ ਪ੍ਰਸੰਨ ਹੋਇਆ। ਉਹ ਕਹਿੰਦਾ, ਮੇਰੇ ਪਾਸ ਬਹੁਤ ਸਾਰੇ ਪੀਰ, ਪੈਗੰਬਰ, ਰਹਿਬਰ, ਗੁਰੂ, ਪੀਰ, ਅਵਤਾਰ, ਦੇਵੀ ਦੇਵਤੇ ਵੀ ਆਏ, ਪਰ ਕਿਸੇ ਨੇ ਮੇਰੇ ਕੋਲੋਂ ਨਾਮ ਨਹੀਂ ਮੰਗਿਆ। ਇਹ ਨਾਮ ਦੀ ਦਾਤ ਸਭ ਤੋਂ ਵੱਡੀ ਦਾਤ ਹੈ, ਇਹ ਤੁਹਾਡੇ ਹੀ ਵਿਰਸੇ ਦੇ ਵਿੱਚ ਆਇਆ। ਇਸ ਲਈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਪਣੇ ਸੱਚਖੰਡ ਦਰਬਾਰ ਤੋਂ ਇਹ ਪਵਿੱਤਰ ਨਾਮ, ਮਹਾਮੰਤਰ, ਮੂਲ ਮੰਤਰ ਬਖਸ਼ਿਸ਼ ਕੀਤਾ। ਇਹਦੇ ਅਰਥ ਇਉਂ ਭਾਈ ਮਹਾਂਪੁਰਖ ਗੁਰਸਿੱਖ ਵਿਦਵਾਨ ਕਰਦੇ ਹਨ, ਇੱਕ ਓੰਕਾਰ, ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਅਦਵੈਤ ਕਿਸ ਨੂੰ ਕਹਿੰਦੇ ਹਨ? ਜਿਸ ਦਾ ਸਾਨੀ ਕੋਈ ਹੋਰ ਨਾ ਹੋਵੇ। ਜਦੋਂ ਆਪਾਂ ਸਤਿਗੁਰੂ ਦੀ ਬਾਣੀ ਪੜ੍ਹਦੇ ਹਾਂ ਤਾਂ ਸਤਿਗੁਰੂ ਨੇ ਇੱਕੋ ਹੀ ਬਾਣੀ ਵਿੱਚ ਗੱਲ ਬਾਰ-ਬਾਰ ਸਾਨੂੰ ਸਮਝਾਈ ਹੈ ਬਈ ਉਸ ਵਾਹਿਗੁਰੂ ਪਰਮੇਸ਼ਰ ਦੇ ਬਰਾਬਰ ਦਾ ਕੋਈ, ਉਸ ਦੀ ਮਿਸਾਲ ਦਾ ਕੋਈ, ਉਸ ਦਾ ਸਾਨੀ ਨਹੀਂ ਹੈ। ਇਸੇ ਲਈ ਉਹ ਵਾਹਿਗੁਰੂ ਇੱਕ ਹੈ ਤੇ ਸਾਨੂੰ ਉਸ ਇੱਕ ਦੇ ਨਾਲ ਜੋੜਿਆ। ਗੁਰਾ ਇੱਕ ਦੇਹ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਏਕੋ ਜਪ ਏਕੋ ਸਲਾਹੇ, ਏਕ ਸਿਮਰ ਏਕੋ ਮਨ ਆਹੇ। ਤੇ ਨਾਲ ਹੀ ਸਤਿਗੁਰੂ ਨੇ ਇਹ ਵੀ ਸਾਨੂੰ ਹਦਾਇਤ ਕੀਤੀ, ਦੂਜਾ ਕਾਹੇ ਸਿਮਰੀਐ, ਜੰਮੈ ਤੈ ਮਰ ਜਾਏ। ਏਕੋ ਸਿਮਰੋ ਨਾਨਕਾ, ਜੋ ਜਲ ਥਲ ਰਹਿਆ ਸਮਾਏ। ਇੱਕ ਨੂੰ ਛੱਡ ਕੇ ਦੂਜੇ ਨੂੰ ਬਿਲਕੁਲ ਗੁਰਸਿੱਖ ਨੇ ਮੰਨਣਾ ਤੇ ਪੂਜਣਾ ਨਹੀਂ ਹੈ। ਜਿਵੇਂ ਸੁਹਾਗਣ ਆਪਣੇ ਪਤੀ ਨੂੰ ਪਰਮੇਸ਼ਰ ਜਾਣਦੀ ਹੈ ਤੇ ਗੁਰੂ ਦਾ ਸਿੱਖ ਗੁਰੂ ਨੂੰ ਪਰਮੇਸ਼ਰ ਜਾਣਦਾ ਹੈ, ਇਸੇ ਤਰ੍ਹਾਂ ਵੀ ਜਿਹੜਾ ਵੀ ਗੁਰਸਿੱਖ ਮਾਈ ਭਾਈ ਹੈ ਉਹ ਇੱਕ ਅਕਾਲ ਪੁਰਖ ਤੋਂ ਸਿਵਾਏ ਕਿਸੇ ਨੂੰ ਹੋਰ ਆਪਣਾ ਇਸ਼ਟ ਨਹੀਂ ਮੰਨ ਸਕਦਾ। ਕਲਗੀਧਰ ਪਾਤਸ਼ਾਹ ਨੇ ਅੰਤਮ ਸਮੇਂ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਤੇ ਫਿਰ ਨਾਲ ਇਹ 3 ਬਚਨ ਕਹੇ ਸਨ, ਖਾਲਸਾ ਜੀ ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ। ਪੂਜਾ ਅਕਾਲ ਦੀ ਕਰਨੀ ਹੈ। ਅਕਾਲ ਤੋਂ ਭਾਵ ਜਿਹੜਾ ਕਦੀ ਕਾਲ ਵਿੱਚ ਨਹੀਂ ਆਉਣ ਵਾਲਾ, ਜਿਹੜਾ ਨਾ ਕਦੀ ਪੈਦਾ ਹੋਇਆ ਤੇ ਨਾ ਕਦੀ ਨਾਸ ਹੋਣ ਵਾਲਾ ਹੈ, ਐਸਾ ਜੋ ਅਕਾਲ ਪੁਰਖ ਹੈ, ਤੁਸੀਂ ਉਹਦੀ ਪੂਜਾ ਕਰਨੀ ਹੈ। ਤੇ ਨਾਲ ਇਹ ਵੀ ਵਾਰਨਿੰਗ ਦਿੱਤੀ, ਬਿਨ ਕਰਤਾਰ ਨਾ ਕਿਰਤਮ ਮਾਨੋ। ਜਿਹੜੀਆਂ ਕਿਰਤਮ ਚੀਜ਼ਾਂ ਨੇ, ਦੇਵੀ ਦੇਵਤੇ ਨੇ, ਕੋਈ ਹੋਰ ਚੀਜ਼ਾਂ ਨੇ, ਉਹਨਾਂ ਨੂੰ ਗੁਰਸਿੱਖ ਨੇ ਨਹੀਂ ਮੰਨਣਾ। ਇਹ ਸਤਿਗੁਰੂ ਦੇ ਉਪਦੇਸ਼ ਨੇ। ਇੱਕ ਦੀ ਵਿਚਾਰ ਸੁਣ ਰਹੇ ਹੋ
ਵੀ ਇੱਕ ਦੇ ਲੜ ਸਤਿਗੁਰੂ ਮਹਾਰਾਜ ਨੇ ਸਾਨੂੰ ਲਾਇਆ। ਜਦੋਂ ਇੱਕ ਦਾ ਲੜ ਫੜਾਂਗੇ ਤੇ ਫੇਰ ਹੀ ਸਾਡਾ ਪਾਰੋ ਤਾਰਾ ਹੋ ਸਕਦਾ। ਆਮ ਤੌਰ ਤੇ ਦੁਨੀਆ ਦੀਆਂ ਵੀ ਕੁਝ ਗੱਲਾਂ ਨੇ ਵੀ ਦੋ ਬੇੜੀਆਂ ਤੇ ਪੈਰ ਰੱਖ ਕੇ ਕਦੇ ਕੋਈ ਮਨੁੱਖ ਦਰਿਆ ਪਾਰ ਨਹੀਂ ਕਰ ਸਕਦਾ। ਦੋ ਘਰਾਂ ਦਾ ਪ੍ਰਾਹੁਣਾ ਵੀ ਕਹਿੰਦੇ ਭੁੱਖਾ ਹੀ ਰਹਿੰਦਾ। ਇਸੇ ਲਈ ਇਹ ਜਿਹੜੀਆਂ ਦੁਨਿਆਵੀ ਕਹਾਵਤਾਂ ਨੇ ਉਹ ਵੀ ਇੱਥੇ ਆ ਕੇ ਢੁਕਦੀਆਂ ਨੇ ਵੀ ਤੁਸੀਂ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਬਣੋ, ਇੱਕ ਦੀ ਟੇਕ ਰੱਖੋ। ਧਰ ਜੀਰੇ ਇੱਕ ਟੇਕ ਤੋਂ ਲਾਹੇ ਬਡਾਨੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਜਦੋਂ ਅਸੀਂ ਇੱਕ ਦੀ ਟੇਕ ਰੱਖਾਂਗੇ ਤੇ ਉਹ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਲਈ ਸਾਡੀ ਸਹਾਇਤਾ ਕਰਨ ਲਈ ਵਚਨਬੱਧ ਹੈ। ਚਤਰ ਦਿਸ਼ਾ ਕੀਨੋ ਬਲ ਆਪਣਾ, ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਵਿਦਾਰਿਓ, ਹਰ ਜਨ ਰਾਖੇ ਗੁਰ ਗੋਬਿੰਦ। ਜਦੋਂ ਅਸੀਂ ਇੱਕ ਦੀ ਟੇਕ ਰੱਖਦੇ ਹਾਂ ਤੇ ਵਾਹਿਗੁਰੂ ਪਰਮੇਸ਼ਰ ਸਾਡੀ ਰੱਖਿਆ ਕਰਦਾ ਹੈ। ਇੱਕ ਦ੍ਰਿਸ਼ਟਾਂਤ ਮਹਾਂਪੁਰਖ ਦਿੰਦੇ ਸਨ। ਇੱਕ ਵਾਰੀ ਬਾਬਾ ਫਰੀਦ ਜੀ ਬਹੁਤ ਬਿਰਧ ਹੋ ਗਏ ਤੇ ਸਰੀਰ ਕਮਜ਼ੋਰ ਹੋ ਗਿਆ ਔਰ ਉਹਨਾਂ ਦੇ ਮਨ ਦੇ ਵਿੱਚ ਖਿਆਲ ਆਇਆ ਬਈ ਹੁਣ ਸਰੀਰ ਇੰਨਾ ਕਮਜ਼ੋਰ ਹੋ ਗਿਆ ਤੇ ਹੁਣ ਸਾਨੂੰ ਕਿਸੇ ਸੋਟੀ ਦੇ ਸਹਾਰੇ, ਕਿਸੇ ਡੰਗੋਰੀ ਦੇ ਸਹਾਰੇ ਤੁਰਨਾ ਪਵੇਗਾ। ਔਰ ਉਹਨਾਂ ਨੇ ਆਪਣੇ ਹੱਥ ਵਿੱਚ ਡੰਗੋਰੀ ਫੜ ਲਈ। ਜਦੋਂ ਡੰਗੋਰੀ ਫੜ ਕੇ ਤੁਰਨ ਲੱਗੇ ਤਾਂ ਮਨ ਦੇ ਵਿੱਚ ਖਿਆਲ ਆਇਆ ਬਈ ਤੂੰ ਤੇ ਇੱਕ ਦੀ ਟੇਕ ਲਈ ਸੀ, ਇੱਕ ਅਕਾਲ ਪੁਰਖ ਦੀ, ਇੱਕ ਰੱਬ ਦੀ, ਇੱਕ ਖੁਦਾ ਦੀ ਟੇਕ ਲਈ ਸੀ, ਤੇ ਆਹ ਜਿਹੜੀ ਦੂਜੀ ਟੇਕ ਸੋਟੀ ਦੀ ਅੱਜ ਤੂੰ ਪਕੜ ਰਿਹਾ ਹੈ ਇਹ ਤੇਰੀ ਬਹੁਤ ਵੱਡੀ ਭੁੱਲ ਹੈ। ਸੋਟੀ ਵੀ ਚਲਾ ਕੇ ਮਾਰੀ, ਡੰਗੋਰੀ ਵੀ ਹੱਥ ਵਿੱਚ ਨਾ ਫੜੀ, ਕਿਉਂਕਿ ਟੇਕ ਇੱਕ ਦੀ ਰੱਖਣੀ ਸੀ। ਇਹ ਛੋਟੀਆਂ ਛੋਟੀਆਂ ਉਦਾਹਰਨਾਂ ਨੇ। ਇੱਕ ਵਾਰੀ ਦੁਆਪਰ ਦਾ ਅਵਤਾਰ ਕ੍ਰਿਸ਼ਨ ਆਪਣੇ ਘਰ ਵਿੱਚ ਬੈਠ ਕੇ ਪ੍ਰਸ਼ਾਦਾ ਛਕ ਰਿਹਾ ਸੀ ਤੇ ਰੁਕਮਣੀ ਪ੍ਰਸ਼ਾਦਾ ਛਕਾ ਰਹੀ ਸੀ। ਪ੍ਰਸ਼ਾਦਾ ਛਕਦਿਆਂ ਛਕਦਿਆਂ ਅਚਾਨਕ ਕ੍ਰਿਸ਼ਨ ਜੀ ਆਪਣੇ ਆਸਣ ਤੋਂ ਉੱਠੇ ਤੇ ਉੱਠ ਕੇ ਇੱਕਦਮ ਦੌੜ ਕੇ ਦਰਵਾਜ਼ੇ ਵੱਲ ਗਏ ਤੇ ਉੱਥੇ ਕੁਝ ਪਲ ਠਹਿਰ ਕੇ ਫਿਰ ਵਾਪਸ ਮੁੜੇ, ਫਿਰ ਆ ਕੇ ਪ੍ਰਸ਼ਾਦ ਛਕਣ ਲੱਗ ਪਏ। ਰੁਕਮਣੀ ਵੇਖ ਕੇ ਹੈਰਾਨ ਹੋਈ, ਕਹਿਣ ਲੱਗੀ ਭਗਵਾਨ ਜੀ ਤੁਸੀਂ ਅੱਗੇ ਪ੍ਰਸ਼ਾਦਾ ਛਕਦਿਆਂ ਕਦੇ ਵੀ ਉੱਠ ਕੇ ਨਹੀਂ ਦੌੜੇ, ਕੀ ਕਾਰਨ ਸੀ? ਤਾਂ ਅੱਗੋਂ ਕ੍ਰਿਸ਼ਨ ਜੀ ਨੇ ਆਖਿਆ ਰੁਕਮਣੀ ਇਹ ਕੋਈ ਮੇਰਾ ਭਗਤ ਸੀ, ਇਹ ਕੋਈ ਮੇਰਾ ਸੇਵਾਦਾਰ ਸੀ, ਇਹ ਕੋਈ ਮੇਰਾ ਸ਼ਰਧਾਲੂ ਸੀ ਔਰ ਉਹਦੇ ਉੱਤੇ ਕੁਝ ਲੋਕਾਂ ਨੇ ਅਟੈਕ ਕਰ ਦਿੱਤਾ ਔਰ ਉਸਨੇ ਮੈਨੂੰ ਯਾਦ ਕੀਤਾ ਵੀ ਹੇ ਭਗਵਾਨ ਕ੍ਰਿਸ਼ਨ ਤੂੰ ਮੇਰੀ ਆ ਕੇ ਸਹਾਇਤਾ ਕਰ। ਤੇ ਮੈਂ ਉਹਦੀ ਸਹਾਇਤਾ ਲਈ ਇੱਕਦਮ ਦੌੜਿਆ ਤੇ ਜਦੋਂ ਮੈਂ ਉਹਦੀ ਸਹਾਇਤਾ ਲਈ ਦੌੜਿਆ ਤਾਂ ਉਸ ਵੇਲੇ ਉਹਦੇ ਮਨ ਦੇ ਵਿੱਚ ਐਸਾ ਖਿਆਲ ਆਇਆ ਵੀ ਕਿਉਂ ਨਾ ਮੈਂ ਇਹਨਾਂ ਹਮਲਾਵਰਾਂ ਦਾ ਮੁਕਾਬਲਾ ਖੁਦ ਹੀ ਕਰਾਂ। ਉਹਨੇ ਡਾਂਗ ਫੜ ਲਈ ਤੇ ਉਹਨਾਂ ਦੇ ਨਾਲ ਲੜਨਾ ਸ਼ੁਰੂ ਕਰ ਦਿੱਤਾ ਤੇ ਉਸੇ ਵੇਲੇ ਮੈਂ ਵਾਪਸ ਮੁੜੇ ਆਇਆ। ਕਿਉਂ? ਮੈਂ ਸੋਚਿਆ ਵੀ ਇਹਨੇ ਹੁਣ ਮੇਰੀ ਤੇ ਟੇਕ ਛੱਡ ਦਿੱਤੀ ਹੈ, ਇਹਨੂੰ ਹੁਣ ਮੇਰੀ ਲੋੜ ਨਹੀਂ, ਇਹਨੂੰ ਹੁਣ ਆਪਣੇ ਆਪ ਤੇ ਮਾਣ ਹੈ ਕਿ ਮੈਂ ਖੁਦ ਇਹਨਾਂ ਦੇ ਨਾਲ ਲੜ ਸਕਦਾ ਹਾਂ, ਇਸ ਲਈ ਮੈਨੂੰ ਹੁਣ ਉੱਥੇ ਜਾਣ ਦੀ ਕੋਈ ਲੋੜ ਹੀ ਨਹੀਂ ਸੀ। ਕਹਿਣ ਤੋਂ ਭਾਵ ਇਹ ਜਿਹੜੀਆਂ ਉਦਾਹਰਨਾਂ ਨੇ, ਦ੍ਰਿਸ਼ਟਾਂਤ ਨੇ, ਇਹ ਸਾਨੂੰ ਇਸ ਗੱਲ ਲਈ ਸਿੱਖਿਆ ਤੇ ਸੇਧ ਪ੍ਰਦਾਨ ਕਰਦੇ ਹਨ ਵੀ ਤੁਸੀਂ ਜਦੋਂ ਇੱਕ ਦੀ ਟੇਕ ਲੈ ਲਈ ਨਾ ਤੇ ਫਿਰ ਕਿਸੇ ਹੋਰ ਨੂੰ ਮੰਨਣਾ ਪੂਜਣਾ ਉਹ ਸ਼ੋਭਾ ਨਹੀਂ ਦਿੰਦਾ। ਇਸੇ ਲਈ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਇੱਕ ਵੀ ਤੁਸੀਂ ਇੱਕ ਦੇ ਨਾਲ ਜੁੜੋ। ਇੱਕ ਕਿਸ ਨੂੰ ਕਹਿੰਦੇ ਨੇ? ਮਹਾਂਪੁਰਖੇ ਦੇ ਬਾਰੇ ਦੱਸਦੇ ਸਨ, ਸਜਾਤੀ ਵਿਜਾਤੀ ਸਵੈ ਗਦ ਭੇਦ ਤੋਂ ਰਹਿਤ ਹੋਵੇ ਤੇ ਨਾਲ ਹੀ ਦੇਸ਼ ਕਾਲ ਵਸਤੂ ਦੇ ਪਰਛੇਦ ਤੋਂ ਵੀ ਮੁਕਤ ਹੋਵੇ, ਉਹਨੂੰ ਇੱਕ ਕਹਿੰਦੇ ਨੇ। ਸਜਾਤੀ ਭੇਦ ਉਸ ਨੂੰ ਕਹਿੰਦੇ ਹਨ
ਜਿਵੇਂ ਇੱਕ ਮਨੁੱਖ ਹੈ ਉਸ ਦੇ ਮੁਕਾਬਲੇ ਤੇ ਹੋਰ ਦੂਸਰਾ ਮਨੁੱਖ ਹੁੰਦਾ ਹੈ, ਇੱਕ ਬਿਰਸ਼ ਹੈ ਉਹਦੇ ਮੁਕਾਬਲੇ ਤੇ ਦੂਸਰਾ ਹੋਰ ਬਿਰਸ਼ ਹੁੰਦਾ ਹੈ। ਪਰ ਵਾਹਿਗੁਰੂ ਦੇ ਵਿੱਚ ਸਜਾਤੀ ਭੇਦ ਨਹੀਂ ਹੈ। ਵਿਜਾਤੀ ਭੇਦ ਉਸ ਨੂੰ ਕਹਿੰਦੇ ਨੇ ਵੀ ਜਿਹੜਾ ਦੂਸਰੀ ਕਿਸਮ ਦਾ ਫਰਕ ਹੋਵੇ, ਜਿਵੇਂ ਇੱਕ ਮਨੁੱਖ ਹੈ ਦੂਸਰੇ ਪਾਸੇ ਪਸ਼ੂ ਹੈ, ਇਹ ਵਿਜਾਤੀ ਭੇਦ ਹੈ, ਇਹ ਨਸਲ ਬਦਲ ਗਈ, ਵੈਰਾਇਟੀ ਬਦਲ ਗਈ। ਇਸ ਤਰ੍ਹਾਂ ਦਾ ਵਿਜਾਤੀ ਭੇਦ ਵੀ ਉਸ ਅਕਾਲ ਪੁਰਖ ਦੇ ਵਜੂਦ ਵਿੱਚ ਨਹੀਂ ਹੈ। ਸਵੈਗਤ ਭੇਦ ਉਸ ਨੂੰ ਕਹਿੰਦੇ ਨੇ ਵੀ ਜਿਵੇਂ ਇੱਕ ਬਿਰਸ਼ ਹੁੰਦਾ ਹੈ, ਬਿਰਸ਼ ਦਾ ਮੁੱਢ ਹੁੰਦਾ ਹੈ, ਉਸ ਦੀਆਂ ਟਾਹਣੀਆਂ ਹੁੰਦੀਆਂ ਨੇ, ਉਸ ਦੇ ਪੱਤਰੇ ਹੁੰਦੇ ਨੇ ਔਰ ਉਹਨੂੰ ਫੁੱਲ ਲੱਗਦੇ ਨੇ, ਉਸ ਨੂੰ ਫਲ ਲੱਗਦੇ ਨੇ, ਇਹ ਸਵੈਗਤ ਭੇਦ ਹੁੰਦਾ ਹੈ। ਜਿਵੇਂ ਸਾਡਾ ਇੱਕ ਸਰੀਰ ਹੈ, ਇਹਦੇ ਵੱਖੋ ਵੱਖਰੇ ਅੰਗ ਨੇ, ਹੱਥ ਨੇ, ਪੈਰ ਨੇ, ਉਂਗਲਾਂ ਨੇ, ਨਾਉ ਹਨ, ਇਹ ਸਵੈਗਤ ਭੇਦ ਹੈ। ਪਰ ਵਾਹਿਗੁਰੂ ਦੇ ਸਰੂਪ ਦੇ ਵਿੱਚ ਇਹ ਵੀ ਭੇਦ ਨਹੀਂ ਹੈ, ਜਿਹਨੂੰ ਇੱਕ ਆਖਿਆ ਹੈ, ਜਿਹਨੂੰ ਅਦਵੈਤ ਆਖਿਆ ਹੈ। ਅਤੇ ਦੂਸਰੇ ਨੰਬਰ ਤੇ ਵਾਹਿਗੁਰੂ ਦਾ ਸਰੂਪ ਐਸਾ ਹੈ, ਉਹ ਦੇਸ਼ ਕਾਲ ਵਸਤੂ ਕਰਕੇ ਵੀ ਕਦੇ ਤਕਸੀਮ ਨਹੀਂ ਕੀਤਾ ਜਾ ਸਕਦਾ। ਦੇਸ਼ ਤੋਂ ਭਾਵ ਹੈ ਸਪੇਸ ਦੀ, ਅਸਥਾਨ ਦੀ। ਜਿਵੇਂ ਹੁਣ ਕੋਈ ਆਦਮੀ ਕਿਸੇ ਇੱਕ ਥਾਂ ਤੇ ਰਹਿੰਦਾ ਹੈ, ਪਰ ਵਾਹਿਗੁਰੂ ਪਰਮੇਸ਼ਰ ਇਸ ਤਰ੍ਹਾਂ ਨਹੀਂ ਰਹਿੰਦਾ। ਦੇਸ਼ ਦਾ ਭੇਦ ਵੀ ਉਹਦੇ ਵਿੱਚ ਨਹੀਂ ਹੈ। ਭਾਵੇਂ ਠੀਕ ਹੈ ਕੋਈ ਧਰਮਾਂ ਨੇ ਐਸਾ ਮੰਨਿਆ ਹੈ ਕਿ ਉਹ ਵਾਹਿਗੁਰੂ ਪਰਮੇਸ਼ਰ ਪੂਰਬ ਵਾਲੇ ਪਾਸੇ ਵਸਦਾ ਹੈ। ਹਿੰਦੂ ਲੋਕ ਪੂਰਬ ਨੂੰ ਮੱਥਾ ਟੇਕਦੇ ਨੇ, ਸੂਰਜ ਵੱਲ ਨੂੰ ਮੂੰਹ ਕਰਕੇ ਗਾਇਤਰੀ ਮੰਤਰ ਪੜ੍ਹਦੇ ਨੇ, ਸੂਰਜ ਨੂੰ ਪਾਣੀ ਵੀ ਦਿੰਦੇ ਨੇ। ਉਹਨਾਂ ਦਾ ਇਹ ਖਿਆਲ ਹੈ ਵੀ ਰੱਬ ਇਸ ਪਾਸੇ ਹੈ। ਤੇ ਜਿਹੜੇ ਪੱਛੋਂ ਦੇ ਲੋਕ ਨੇ, ਮੁਸਲਮਾਨੀ ਦੇਸ਼ ਨੇ, ਉਹ ਪੱਛੋਂ ਵੱਲ ਰੱਬ ਦਾ ਘਰ ਮੱਕਾ ਸਮਝਦੇ ਨੇ, ਉਹ ਉਸ ਪਾਸੇ ਵੱਲ ਸਜਦਾ ਕਰਦੇ ਨੇ। ਪਰ ਜਿਹੜਾ ਅਸਲੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਹਦੇ ਵਿੱਚ ਦੇਸ਼ ਦਾ ਕੋਈ ਭੇਦ ਨਹੀਂ ਹੈ। ਕਿਉਂਕਿ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਹੈ, ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ, ਤਰਨ ਮਾਹੇ ਆਕਾਸ ਪਇਆਲ, ਸਰਬ ਲੋਕ ਪੂਰਨ ਪ੍ਰਤਪਾਲ, ਬਾਣ ਤੈਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਬੈਸੰਤਰ ਮਾਹੇ, ਚਾਰ ਕੋਣ ਦਹ ਦਿਸੇ ਸਮਾਹੇ, ਤਿਸਤੇ ਪੈਨ ਨਹੀਂ ਕੋ ਠਾਓ, ਗੁਰ ਪ੍ਰਸਾਦ ਨਾਨਕ ਸੁਖ ਪਾਓ। ਤਿਸਤੇ ਪੈਨ ਨਹੀਂ ਕੋ ਠਾਓ, ਇਹ ਇਸ ਗੱਲ ਨੂੰ ਸਿੱਧ ਕਰ ਰਿਹਾ ਹੈ ਗੁਰਮਤਿ ਦਾ ਸਿਧਾਂਤ ਵੀ ਵਾਹਿਗੁਰੂ ਸਰਬ ਥਾਂ ਵਿਆਪਕ ਹੈ, ਘਟ ਘਟ ਮੈਂ ਹਰ ਜੂ ਬਸੈ। ਕਲਗੀਧਰ ਪਾਤਸ਼ਾਹ ਨੇ ਵੀ ਲਿਖਿਆ ਕਿ ਸਰਬੱਤਰ ਦੇਸਾ ਹੈ, ਕਿ ਸਰਬੱਤਰ ਭੇਸਾ ਹੈ। ਉਹ ਸਾਰੇ ਦੇਸ਼ਾਂ ਵਿੱਚ ਵਸਦਾ ਹੈ, ਇੱਕ ਥਾਂ ਤੇ ਨਹੀਂ। ਭਗਤ ਕਬੀਰ ਜੀ ਨੇ ਵੀ ਇਹ ਗੱਲ ਆਖੀ ਹੈ ਬਈ ਕਈ ਲੋਕ ਇਹ ਕਹਿੰਦੇ ਨੇ ਦੱਖਣ ਦੇਸ਼ ਹਰੀ ਕਾ ਬਾਸਾ, ਬਈ ਦੱਖਣ ਦੇਸ਼ ਦੇ ਵਿੱਚ ਇੱਕ ਹਿੰਦੂਆਂ ਦਾ ਮੰਦਿਰ ਹੈ ਜਗਨਨਾਥਪੁਰੀ ਦੇ ਵਿੱਚ, ਦੱਖਣ ਦੇਸ਼ ਹਰੀ ਕਾ ਬਾਸਾ, ਪੱਛਮ ਅੱਲਾਹ ਮੁਕਾਮਾ, ਬਈ ਦੱਖਣ ਦੇਸ਼ ਦੇ ਵਿੱਚ ਹਰੀ ਵਸਦਾ ਹੈ। ਤੇ ਮੁਸਲਮਾਨ ਕਹਿੰਦੇ ਪੱਛਮ ਅੱਲਾਹ ਮੁਕਾਮਾ, ਪੱਛੋਂ ਵੱਲ ਅੱਲਾ ਦਾ ਘਰ ਹੈ। ਪਰ ਭਗਤ ਕਬੀਰ ਜੀ ਕਹਿੰਦੇ ਨੇ ਵੀ ਜਿਹੜੇ ਲੋਕ ਇਸ ਤਰ੍ਹਾਂ ਵਾਹਿਗੁਰੂ ਨੂੰ ਇੱਕ ਦੇਸ਼ੀ ਮੰਨੀ ਬੈਠੇ ਨੇ, ਉਹ ਭੁੱਲ ਵਿੱਚ ਨੇ। ਦੱਖਣ ਦੇਸ਼ ਹਰੀ ਕਾ ਬਾਸਾ, ਪੱਛਮ ਅੱਲਾਹ ਮੁਕਾਮਾ। ਤੇ ਫਿਰ ਨਾਲ ਹੀ ਉਹਨਾਂ ਨੇ ਇਹ ਵੀ ਬਚਨ ਕਿਹਾ ਕਿ ਜੇ ਵਾਹਿਗੁਰੂ ਇੱਕ ਦੇਸ਼ ਦੇ ਵਿੱਚ ਹੀ ਵਸਦਾ ਹੈ, ਅਵਰ ਮੁਲਕ ਕਿਸ ਕੇਰਾ, ਜਿਹੜਾ ਬਾਕੀ ਹੋਰ ਇੰਨਾ ਮੁਲਕ ਹੈ, ਇੰਨਾ ਸੰਸਾਰ ਹੈ, ਇੰਨੀਆਂ ਧਰਤੀਆਂ ਨੇ, ਉਹਨਾਂ ਦਾ ਮਾਲਕ ਕੌਣ ਹੋਵੇਗਾ। ਇਸ ਲਈ ਸਤਿਗੁਰੂ ਮਹਾਰਾਜ ਨੇ ਵਾਹਿਗੁਰੂ ਨੂੰ ਦੇਸ਼ ਦੇ ਨਾਲ ਕਦੀ ਵੰਡਿਆ ਨਹੀਂ ਹੈ ਤੇ ਨਾ ਹੀ ਉਹ ਵੰਡਿਆ ਜਾ ਸਕਦਾ। ਦੇਸ਼ ਕਾਲ, ਦੂਸਰਾ ਕਾਲ ਦਾ ਭੇਦ ਹੁੰਦਾ। ਕੋਈ ਕਿਸੇ ਦਿਨ ਜੰਮਦਾ ਹੈ, ਕੋਈ ਰਾਤ ਜੰਮਦਾ ਹੈ, ਕੋਈ ਦਿਨੇ ਜੰਮਦਾ ਹੈ, ਪਰ ਵਾਹਿਗੁਰੂ ਦੇ ਵਿੱਚ ਕਾਲ ਦਾ ਵੀ ਪ੍ਰਭਾਵ ਨਹੀਂ ਹੈ। ਉਹ ਕਾਲ ਤੋਂ ਵੀ ਰਹਿਤ ਹੈ। ਕਾਲ ਦੇ ਤਿੰਨ ਭਾਗ ਨੇ, ਭੂਤ ਭਵਿੱਖ ਵਰਤਮਾਨ। ਪਰ ਸਤਿਗੁਰੂ ਨੇ ਇਹ ਗੱਲ ਕਹਿ ਦਿੱਤੀ, ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਸਿਮਰੰਤ ਸੰਤ ਸਰਬੱਤਰ ਰਮਣੰ, ਨਾਨਕ ਅਗਨਾਸਨ ਜਗਦੀਸ਼ਰ। ਉਹ ਵਾਹਿਗੁਰੂ ਸਰਵ ਵਿਆਪਕ ਹੈ, ਉਹਦੇ ਉੱਤੇ ਕਾਲ ਦਾ ਵੀ ਕੋਈ ਪ੍ਰਭਾਵ ਨਹੀਂ ਹੈ। ਤੀਸਰੇ ਨੰਬਰ ਤੇ ਵਸਤੂ, ਵੀ ਵਸਤੂ ਜਿਹੜੀ ਹੈ ਉਹਦੇ ਕਰਕੇ ਮਨੁੱਖ ਦਾ ਪਤਾ ਲੱਗਦਾ ਹੈ। ਵਸਤੂ ਜਿਵੇਂ ਕੋਈ ਪਦਾਰਥ ਹੁੰਦਾ ਹੈ ਔਰ ਉਹਦੀ ਸ਼ਕਲ ਸੂਰਤ ਰੰਗ ਰੂਪ ਦਾ ਸਾਨੂੰ ਪਤਾ ਲੱਗ ਜਾਂਦਾ ਹੈ ਵੀ ਆਹ ਵਸਤੂ ਹੈ, ਇਹ ਕੋਈ ਪਦਾਰਥ ਹੈ, ਇਹ ਕੋਈ ਸ਼ੈ ਹੈ।
ਪਰ ਵਾਹਿਗੁਰੂ ਦਾ ਵਜੂਦ ਕੋਈ ਕਿਸੇ ਪਦਾਰਥ ਵਰਗਾ, ਕਿਸੇ ਸਰੀਰ ਵਰਗਾ, ਕਿਸੇ ਵਸਤੂ ਵਰਗਾ ਨਹੀਂ ਹੈ, ਜਿਹਦੇ ਵਿੱਚ ਇਹ ਸਾਰੀਆਂ ਗੱਲਾਂ ਢੁਕਦੀਆਂ ਹੋਣ। ਉਹਨੂੰ ਕਹਿੰਦੇ ਆ ਇੱਕ, ਉਹਨੂੰ ਕਹਿੰਦੇ ਆ ਅਦਵੈਤ, ਉਹਨੂੰ ਕਹਿੰਦੇ ਆ ਲਾਸਾਨੀ। ਹਜ਼ੂਰ ਕਹਿੰਦੇ ਉਹ ਕੇਵਲ ਅਕਾਲ ਪੁਰਖ ਵਾਹਿਗੁਰੂ ਹੈ। ਹਰ ਗੁਰਸਿੱਖ ਨੂੰ ਗੁਰੂ ਮਹਾਰਾਜ ਨੇ ਉਸ ਇੱਕ ਦੇ ਨਾਲ ਜੋੜਿਆ। ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਏਕਾ ਏਕੰਕਾਰ ਲਿਖ ਦਿਖਾਲਿਆ, ਊੜਾ ਓੰਕਾਰ ਪਾਸ ਬਹਾਲਿਆ। ਤੇ ਨਾਲ ਹੀ ਸਤਿਗੁਰੂ ਨੇ ਇਹ ਵੀ ਬਾਣੀ ਵਿੱਚ ਆਖਿਆ, ਇਸ ਏਕੇ ਕਾ ਜਾਣੈ ਪਿਓ। ਜਿਹੜਾ ਏਕਾ ਲਿਖਿਆ ਨਾ, ਏਕਾਂਕ, ਇਹਦੇ ਅਸਲੀ ਭੇਤ ਨੂੰ ਸਮਝੋ। ਜਿਹੜਾ ਇਸ ਏਕੇ ਦੇ ਅਸਲੀ ਭੇਦ ਨੂੰ, ਜਿਹੜਾ ਅਕਾਲ ਪੁਰਖ ਵਾਹਿਗੁਰੂ ਦੀ ਅਦਵੈਤਤਾ ਨੂੰ ਸਿੱਧ ਕਰ ਰਿਹਾ ਹੈ, ਜਿਹੜਾ ਇਸ ਭੇਦ ਨੂੰ ਜਾਣ ਲੈਂਦਾ ਹੈ, ਆਪੇ ਕਰਤਾ ਬੀਠਲ ਦਿਓ, ਉਹ ਫਿਰ ਆਪ ਹੀ ਪਰਮੇਸ਼ਰ ਦਾ ਰੂਪ ਹੋ ਜਾਂਦਾ। ਇਹ ਐਸੀ ਸੁੰਦਰ ਤੇ ਡੂੰਘੀ ਵਿਚਾਰ ਗੁਰੂ ਮਹਾਰਾਜ ਨੇ ਏਕੇ ਵਿੱਚ ਰੱਖੀ ਹੈ। ਉਹ ਵਾਹਿਗੁਰੂ ਇੱਕ ਹੈ। ਤੇ ਜਿਹੜਾ ਓੰਕਾਰ ਸ਼ਬਦ ਹੈ, ਇਹਦਾ ਅਰਥ ਹੈ ਉਹ ਸਾਰਿਆਂ ਦਾ ਪ੍ਰਕਾਸ਼ਕ ਹੈ। ਪਹਿਲਾਂ ਓੰਕਾਰ ਦੇ ਵਿਦਵਾਨਾਂ ਨੇ 63 ਪ੍ਰਕਾਰ ਦੇ ਭੇਦ ਮੰਨ ਲਏ ਸਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਵੀ ਹੁਣ ਵਾਹਿਗੁਰੂ ਨੂੰ ਕਈ ਰੂਪਾਂ ਦੇ ਵਿੱਚ, ਜਦੋਂ ਪੁਰਾਣੇ ਜਿਹੜੇ ਰਿਸ਼ੀ ਮੁਨੀ ਸਨ ਉਹਨਾਂ ਨੇ ਬਿਆਨ ਕਰਨਾ ਸ਼ੁਰੂ ਕਰ ਦਿੱਤਾ, ਤੇ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਲਿਖ ਕੇ ਉਹ ਸਾਰੇ ਭੇਦ ਖਤਮ ਕਰ ਦਿੱਤੇ। ਇੱਕ ਓੰਕਾਰ, ਸਤਿਗੁਰੂ ਕਹਿੰਦੇ ਉਹ ਵਾਹਿਗੁਰੂ ਇੱਕ ਹੈ, ਤੇ ਓੰਕਾਰ ਉਹ ਸਾਰਿਆਂ ਦਾ ਪ੍ਰਕਾਸ਼ਕ ਹੈ। ਜਿਹੜਾ ਓਮ ਸ਼ਬਦ ਹੈ ਉਹ 4 ਚੀਜ਼ਾਂ ਦੇ ਸੁਮੇਲ ਤੋਂ ਬਣਿਆ ਮੰਨਿਆ। ਆਕਾਰ ਓਕਾਰ ਮਕਾਰ ਹੀ ਅਰਧ ਬਿੰਦ ਪਹਿਚਾਨ, ਚਾरों को समुदाय जो ओंकार पछान। ਤੇ ਗੁਰੂ ਮਹਾਰਾਜ ਨੇ ਓੰਕਾਰ ਲਿਖ ਕੇ ਜਿਹੜਾ ਆਕਾਰ ਅੱਖਰ ਹੈ, ਵਰਨ ਹੈ, ਤੇ ਓਕਾਰ ਤੇ ਮਕਾਰ ਤੇ ਅਰਧ ਬਿੰਦ, ਇਹ ਸ਼ਕਤੀਆਂ ਦੇ ਵਾਚਕ ਨੇ। ਤੇ ਜਿਹੜਾ ਆਕਾਰ ਹੈ ਇਹ ਬ੍ਰਹਮਾ ਦਾ ਵਾਚਕ ਹੈ, ਤੇ ਓਕਾਰ ਸ਼ਬਦ, ਊੜਾ ਸ਼ਬਦ ਵਿਸ਼ਨੂੰ ਦਾ ਵਾਚਕ ਹੈ, ਅਤੇ ਜਿਹੜਾ ਮਕਾਰ ਸ਼ਬਦ ਹੈ ਉਹ ਸ਼ਿਵ ਜੀ ਦਾ ਵਾਚਕ ਹੈ। ਤੇ ਜਿਹੜੀ ਅਰਧ ਬਿੰਦ ਹੈ ਉਹ ਚੇਤਨ ਦਾ ਅੱਗੇ ਉਹ ਪ੍ਰਤੀਕ ਹੈ। ਇਸ ਤਰ੍ਹਾਂ ਇਹ 4 ਚੀਜ਼ਾਂ ਦੇ ਸੁਮੇਲ ਤੋਂ ਓੰਕਾਰ ਦਾ ਰੂਪ ਗੁਰੂ ਮਹਾਰਾਜ ਨੇ ਬਣਾਇਆ ਹੈ। ਇਹਦਾ ਮਤਲਬ ਵਾਸਤਵ ਦੇ ਵਿੱਚ ਵਾਹਿਗੁਰੂ ਇੱਕ ਹੈ, ਔਰ ਉਹ ਤੋਂ 3 ਸ਼ਕਤੀਆਂ ਪੈਦਾ ਹੋਈਆਂ, ਜਿਨ੍ਹਾਂ ਨੂੰ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਖਿਆ ਜਾਂਦਾ ਹੈ, ਜਿਨ੍ਹਾਂ ਦੀ ਅੱਗੇ ਚੱਲ ਕੇ ਵਿਆਖਿਆ ਕੀਤੀ ਹੈ। ਏਕਾ ਮਾਈ ਜੁਗਤ ਵਿਆਈ, 3 ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਇਸ ਢੰਗ ਦੇ ਨਾਲ ਉਹਨਾਂ ਸ਼ਕਤੀਆਂ ਨੂੰ ਕਈਆਂ ਨੇ ਦੇਵਤੇ ਕਹਿ ਦਿੱਤਾ, ਮਤਲਬ ਉਤਪਤੀ ਪਾਲਣਾ ਲੈਤਾ ਕਰਨ ਵਾਲੀਆਂ ਜੋ ਸ਼ਕਤੀਆਂ ਸਨ, ਔਰ ਉਹਨਾਂ ਨੂੰ ਵਾਹਿਗੁਰੂ ਨੇ ਪੈਦਾ ਕੀਤਾ। ਜਾਂ ਓੰਕਾਰ ਦਾ ਅਰਥ ਜਿਹੜੇ ਯੋਗੀ ਲੋਕ ਨੇ ਉਹ ਕਹਿੰਦੇ ਵੀ ਊਰਧ ਨੂੰ ਸਵਾਸ ਲਿਜਾਣ ਵਾਲਾ ਇਹ ਮੰਤਰ ਹੈ। ਵੀ ਜਿਹੜੇ ਯੋਗੀ ਲੋਕ ਨੇ ਉਹ ਕਹਿੰਦੇ ਓਮ ਦਾ ਜਾਪ ਕਰੋ, ਤੇ ਹੁਣ ਵੀ ਉਹ ਕਰਦੇ ਨੇ। ਵਿਧੀ ਨਾਲ ਜਾਪ ਕਰਨ ਦੇ ਨਾਲ ਸਵਾਸ 10ਵੇਂ ਦੁਆਰ ਦੇ ਵਿੱਚ ਚੜ੍ਹਦੇ ਨੇ। ਇਸ ਤਰ੍ਹਾਂ ਇਹ ਯੋਗੀ ਲੋਕ ਓੰਕਾਰ ਨੂੰ 10ਵੇਂ ਦੁਆਰ ਦੇ ਵਿੱਚ ਸਵਾਸ ਚੜ੍ਹਾਉਣ ਦਾ ਵੀ ਇਹ ਇੱਕ ਵਸੀਲਾ ਸਮਝਦੇ ਨੇ। ਜਿਹੜੇ ਭਗਤ ਲੋਕ ਨੇ ਓੰਕਾਰ ਦਾ ਅਰਥ ਉਹ ਇਹ ਕਰਦੇ ਨੇ ਵੀ ਉਹ ਸਾਰਿਆਂ ਦੀ ਭੇਟਾ ਨੂੰ ਅੰਗੀਕਾਰ ਕਰਨ ਵਾਲਾ ਹੈ। ਇਹ ਓੰਕਾਰ ਦੀ ਵਿਆਖਿਆ ਦੇ ਵਿੱਚ ਆਪ ਸੰਗਤਾਂ ਵਿਚਾਰ ਸਰਵਣ ਕਰ ਰਹੇ ਹੋ। ਤੇ ਇਸ ਤਰ੍ਹਾਂ ਓੰਕਾਰ ਦਾ ਜਿਹੜਾ ਅਸਲੀ ਸਿਧਾਂਤਕ ਅਰਥ ਉਹ ਇਹੀ ਹੈ ਵੀ ਉਹ ਸਰਬ ਦਾ ਪ੍ਰਕਾਸ਼ਕ ਹੈ। ਉਤਪਤੀ ਪਾਲਣਾ ਲੈਤਾ ਕਰਨ ਦੀ ਸ਼ਕਤੀ ਉਹਦੇ ਵਿੱਚ ਹੈ। ਓੰਕਾਰ ਉਸ ਨੂੰ ਕਹਿੰਦੇ ਨੇ ਜਿਹਦੇ ਵਿੱਚ ਵੀ ਉਤਪਤੀ ਪਾਲਣਾ ਲੈਤਾ ਕਰਨ ਦੀ ਸ਼ਕਤੀ ਜਿਸ ਦੇ ਵਿੱਚ ਹੁੰਦੀ ਹੈ। ਅੱਗੇ ਆ ਗਿਆ ਸਤਨਾਮ, ਤੇ ਸਤਿਗੁਰੂ ਕਹਿੰਦੇ ਨੇ ਉਹ ਵਾਹਿਗੁਰੂ ਸਤ ਸਰੂਪ ਹੈ ਤੇ ਨਾਮ ਪ੍ਰਸਿੱਧ ਹੈ। ਤੇ ਕਈ ਜਿਹੜੇ ਵਿਦਵਾਨ ਨੇ ਉਹਨਾਂ ਨੇ ਇਹਦਾ ਅਰਥ ਇਹ ਵੀ ਕੀਤਾ ਹੈ ਸਤਨਾਮ ਉਸ ਦਾ ਨਾਮ ਸੱਚਾ ਹੈ, ਜਾਂ ਇਹਦਾ ਅਰਥ ਇੱਕ ਓੰਕਾਰ ਸਤਨਾਮ, ਇੰਨੇ ਲਫ਼ਜ਼ਾਂ ਦਾ ਅਰਥ ਇੱਕ ਵਿਦਵਾਨ ਨੇ ਇਹ ਵੀ ਕੀਤਾ ਹੈ ਵੀ ਜਿਹੜਾ ਓੰਕਾਰ ਨਾਮ ਹੈ, ਇੱਕ ਓੰਕਾਰ ਨਾਮ ਹੈ, ਸਤਨਾਮ ਇਹੀ ਸੱਚਾ ਨਾਮ ਹੈ। ਇਹਨੂੰ ਸੱਚਾ ਨਾਮ ਇਸ ਲਈ ਮੰਨਿਆ ਹੈ, ਇਹ ਅਕਾਲ ਪੁਰਖ ਵਾਹਿਗੁਰੂ ਦੇ ਮੁਖ ਤੋਂ ਪ੍ਰਗਟ ਹੋਇਆ। ਇਹਨੂੰ ਅਨਾਦਿ ਨਾਮ ਵੀ
ਮਹਾਂਪੁਰਖਾਂ ਨੇ ਮੰਨਿਆ ਵੀ ਜਿਹੜਾ ਓੰਕਾਰ ਹੈ, ਓੰਕਾਰ ਬ੍ਰਹਮਾ ਉਤਪਤ, ਓੰਕਾਰ ਕੀਆ ਜਿਨ ਚਿਤ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਜਪਜੀ ਸਾਹਿਬ ਬਾਣੀ ਦੇ ਅੰਦਰ ਹੀ ਇੱਕ ਸੰਕੇਤ ਦਿੱਤਾ ਹੈ, ਕੀਤਾ ਪਸਾਓ ਏਕੋ ਕੁਆਓ, ਤਿਸਤੇ ਹੋਏ ਲਖ ਦਰਿਆਓ। ਕੁਆਓ ਦਾ ਅਰਥ ਹੈ ਸ਼ਬਦ, ਕੁਆਓ ਦਾ ਅਰਥ ਹੈ ਬੋਲ। ਵਾਹਿਗੁਰੂ ਨੇ ਆਪਣੇ ਮੁਖੋਂ ਇੱਕ ਸ਼ਬਦ ਆਖਿਆ, ਇੱਕ ਬਚਨ ਆਖਿਆ, ਜਿਸ ਤੋਂ ਸਾਰਾ ਸੰਸਾਰ ਪੈਦਾ ਹੋਇਆ। ਉਹ ਓੰਕਾਰ ਸੀ। ਤੇ ਕਲਗੀਧਰ ਪਾਤਸ਼ਾਹ ਨੇ ਵੀ ਇਹੀ ਗੱਲ ਆਖੀ। ਇਸਲਾਮ ਨੇ ਵੀ ਇਹ ਗੱਲ ਮੰਨੀ ਹੈ, ਕੌਣ ਸ਼ਬਦ ਕਹਿਨੇ ਸੇ ਹੁਆ ਆਲਮ ਬਪਾ, ਵੀ ਖੁਦਾ ਨੇ ਕੌਣ ਸ਼ਬਦ ਕਿਹਾ ਤੇ ਸੰਸਾਰ ਬਣਿਆ। ਭਾਵ ਸ਼ਬਦ ਤੋਂ ਸੰਸਾਰ ਦੀ ਉਤਪਤੀ ਮੰਨੀ ਹੈ। ਤੇ ਗੁਰੂ ਮਹਾਰਾਜ ਨੇ ਵੀ ਓੰਕਾਰ ਨੂੰ ਨਾਮ ਦਾ ਰੂਪ ਦੇ ਕੇ ਫਿਰ ਅੱਗੇ ਆਖਿਆ ਹੈ, ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਮੰਡ, ਨਾਮੈ ਹੀ ਤੇ ਸਭ ਕੁਛ ਹੋਆ। ਇਹ ਨਾਮ ਤੋਂ ਸਾਰੀ ਸ੍ਰਿਸ਼ਟੀ ਪੈਦਾ ਹੋਈ। ਇਹ ਗੁਰਮਤਿ ਦਾ ਸਿਧਾਂਤ ਹੈ। ਉਹ ਵਾਹਿਗੁਰੂ ਇੱਕ ਹੈ, ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਤੇ ਇੱਕ ਓੰਕਾਰ ਹੀ ਸਤਨਾਮ, ਇਹ ਸੱਚਾ ਨਾਮ ਹੈ। ਇਸ ਤਰ੍ਹਾਂ ਵੀ ਅਰਥ ਮਹਾਂਪੁਰਖ ਕਰਦੇ ਸਨ। ਅੱਗੇ ਆ ਗਿਆ ਕਰਤਾ ਪੁਰਖ। ਉਹ ਵਾਹਿਗੁਰੂ ਕਰਤਾ ਸਿਰਜਣਹਾਰ ਹੈ ਤੇ ਪੁਰਖ ਵਿਆਪਕ ਸਰੂਪ ਹੈ। ਭਾਵ ਦੋ ਕਿਸਮ ਦੇ ਕਰਤੇ ਹੁੰਦੇ ਨੇ, ਇੱਕ ਉਪਾਦਾਨ ਕਰਤਾ ਹੁੰਦਾ, ਦੂਸਰਾ ਨਿਮਿਤ ਕਰਤਾ ਹੁੰਦਾ। ਉਪਾਦਾਨ ਕਰਤਾ ਉਹ ਹੁੰਦਾ ਹੈ, ਜਿਵੇਂ ਆਪਾਂ ਮਿੱਟੀ ਤੋਂ ਕੋਈ ਘੜਾ, ਕੋਈ ਭਾਂਡਾ, ਕੋਈ ਸ਼ੈ ਬਣਾਉਣੇ ਆ ਔਰ ਉਹਦੇ ਵਿੱਚ ਮਿੱਟੀ ਉਪਾਦਾਨ ਕਾਰਨ ਹੁੰਦੀ ਹੈ। ਤੇ ਦੂਸਰੇ ਪਾਸੇ ਨਿਮਿਤ ਕਰਤਾ ਉਹ ਹੁੰਦਾ ਹੈ, ਜਿਹੜਾ ਮਿੱਟੀ ਤੋਂ ਅੱਗੇ ਕਿਸੇ ਚੀਜ਼ ਨੂੰ ਘੜਦਾ, ਤਿਆਰ ਕਰਦਾ। ਜਿਵੇਂ ਕੋਈ ਮਿੱਟੀ ਦਾ ਭਾਂਡਾ ਘੜਨਾ ਹੋਵੇ, ਉਹਦੇ ਵਿੱਚ ਮਿੱਟੀ ਉਪਾਦਾਨ ਕਾਰਨ ਹੈ ਤੇ ਜਿਹੜਾ ਘੁਮਿਆਰ ਹੈ ਉਹਦੇ ਵਿੱਚ ਨਿਮਿਤ ਕਾਰਨ ਹੁੰਦਾ ਹੈ। ਹਜ਼ੂਰ ਕਹਿੰਦੇ ਨੇ ਕਰਤਾ ਪੁਰਖ, ਉਹ ਵਾਹਿਗੁਰੂ ਅਭਿੰਨ ਨਿਮਿਤ ਉਪਾਦਾਨ ਕਾਰਨ ਹੈ। ਉਹ ਸ੍ਰਿਸ਼ਟੀ ਦਾ ਕਰਤਾ ਵੀ ਆਪ ਹੈ ਤੇ ਸ੍ਰਿਸ਼ਟੀ ਦੇ ਵਿੱਚ ਓਤ-ਪੋਤ ਰੂਪ ਹੋ ਕੇ, ਪੁਰਖ ਵਿਆਪਕ ਰੂਪ ਹੋ ਕੇ ਵੀ ਮਿਲ ਰਿਹਾ ਹੈ। ਨਹੀਂ ਹੁਣ ਜਿਹੜਾ ਉਪਾਦਾਨ ਤੇ ਨਿਮਿਤ ਕਾਰਨ ਦੋਵੇਂ ਵੱਖ-ਵੱਖ ਰਹਿੰਦੇ ਨੇ। ਪਰ ਸਤਿਗੁਰੂ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਜਿੱਥੇ ਕਰਤਾ ਹੈ ਔਰ ਉਹ ਕਰਤਾ ਹੋ ਕੇ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ, ਪੁਰਖ ਫਿਰ ਉਹਦੇ ਵਿੱਚ ਹੀ ਉਹ ਪ੍ਰਵੇਸ਼ ਹੋ ਜਾਂਦਾ ਹੈ। ਕੁਦਰਤ ਕਰਕੇ ਵਸਿਆ ਸੋਏ। ਇਹ ਉਸ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਹੈ। ਨਿਰਭਉ ਨਿਰਵੈਰ, ਉਹ ਵਾਹਿਗੁਰੂ ਨਿਰਭਉ ਭੈ ਤੋਂ ਰਹਿਤ ਹੈ। ਬਾਕੀ ਸਭ ਚੀਜ਼ਾਂ ਭੈ ਦੇ ਵਿੱਚ ਨੇ। ਸ੍ਰੀ ਆਸਾ ਜੀ ਦੀ ਵਾਰ ਦੇ ਚੌਥੇ ਸ਼ਲੋਕ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਬਿਆਨਿਆ ਹੈ, ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲਹਿ ਲਖ ਦਰਿਆਓ, ਭੈ ਵਿੱਚ ਅਗਨ ਕੱਢੈ ਵੇ ਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਤੇ ਅਖੀਰ ਤੇ ਇਹ ਗੱਲ ਆਖੀ ਹੈ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਅਸਲੀ ਨਿਰਭਉ ਭੈ ਤੋਂ ਰਹਿਤ ਅਕਾਲ ਪੁਰਖ ਹੀ ਹੈ। ਤੇ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹਨਾਂ ਦੀ ਵੀ ਅਵਸਥਾ ਇਹੀ ਲਿਖੀ ਹੈ, ਪੈ ਕਾਹੂ ਕੋ ਦੇਤਨਾ ਨਹਿ ਪੈ ਮਾਨਤਿਆ। ਨਿਰਭਉ ਦਾ ਅਰਥ ਹੈ ਵਾਹਿਗੁਰੂ ਨਾ ਕਿਸੇ ਤੋਂ ਡਰਦਾ, ਨਾ ਕਿਸੇ ਨੂੰ ਡਰਾਉਂਦਾ ਹੀ ਹੈ। ਦੋਵੇਂ ਗੁਣ ਵਾਹਿਗੁਰੂ ਦੇ ਵਿੱਚ ਨੇ। ਨਿਰਵੈਰ, ਫਿਰ ਉਹ ਵੈਰ ਤੋਂ ਰਹਿਤ ਹੈ, ਉਹਦਾ ਕਿਸੇ ਨਾਲ ਵੈਰ ਨਹੀਂ। ਸਤਿਗੁਰੂ ਦੇ ਬਚਨ ਹੈ, ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰ ਹਾਈ। ਭਰਾਵਾਂ ਦੇ ਵਿੱਚ ਝਗੜਾ ਹੋ ਸਕਦਾ ਹੈ, ਭਰਾਵਾਂ ਦੇ ਵਿੱਚ ਈਰਖਾ ਹੋ ਸਕਦੀ ਹੈ, ਪੁੱਤਰਾਂ ਦੇ ਵਿੱਚ ਝਗੜਾ ਹੋ ਸਕਦਾ ਹੈ, ਪਰ ਪਿਤਾ ਤੇ ਇੱਕੋ ਹੀ ਹੈ। ਉਹਦੇ ਤਾਂ ਸਾਰੇ ਹੀ ਇਹ ਪੁੱਤਰ ਨੇ, ਇਸ ਲਈ ਉਹਦਾ ਸਾਰਿਆਂ ਨਾਲ ਹੀ ਪਿਆਰ ਹੈ। ਚਾਹੇ ਕੋਈ ਕਿਸੇ ਧਰਮ ਨਾਲ ਸੰਬੰਧ ਰੱਖਦਾ ਹੈ, ਪਰ ਸਤਿਗੁਰੂ ਕਹਿੰਦੇ ਨੇ ਵਾਹਿਗੁਰੂ ਸਭ ਦੇ ਨਾਲ ਪਿਆਰ ਕਰਦਾ ਹੈ, ਉਹਦਾ ਕਿਸੇ ਨਾਲ ਵੈਰ ਨਹੀਂ। ਅਕਾਲ ਮੂਰਤ, ਤੇ ਫਿਰ ਉਸ ਵਾਹਿਗੁਰੂ ਦਾ ਮੂਰਤ ਜੋ ਸਰੂਪ ਹੈ, ਉਸ ਦਾ ਵਜੂਦ ਹੈ, ਉਹ ਅਕਾਲ ਕਾਲ ਤੋਂ ਰਹਿਤ ਹੈ। ਜਦੋਂ ਆਪਾਂ ਚੌਪਈ ਸਾਹਿਬ ਬਾਣੀ ਪੜ੍ਹਦੇ ਹਾਂ, ਉਹਦੇ ਵਿੱਚ ਕਲਗੀਧਰ ਪਾਤਸ਼ਾਹ ਨੇ ਲਿਖਿਆ ਹੈ, ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਪਰ ਸਤਿਗੁਰੂ ਕਹਿੰਦੇ ਨੇ ਜਿਸ ਕਾਲ ਤੋਂ ਸਭ ਦੇਵੀ ਦੇਵਤੇ ਪੈਦਾ ਹੋਏ ਨੇ, ਸੰਸਾਰ ਬਣਿਆ, ਪਰ ਉਹ ਵਾਹਿਗੁਰੂ ਜਿਹੜਾ ਇਸ ਸੰਸਾਰ ਨੂੰ ਬਣਾਉਣ ਵਾਲਾ ਹੈ, ਉਹ ਅਕਾਲ ਮੂਰਤ ਹੈ। ਉਹ ਸਮੇਂ ਦੀ ਹੱਦਬੰਦੀ ਤੋਂ ਪਰੇ ਹੈ, ਅਜੂਨੀ। ਫਿਰ ਉਹ ਕਦੇ ਜੂਨਾਂ ਵਿੱਚ ਨਹੀਂ ਆਉਂਦਾ।
ਸਹਿਭੰਗ ਉਸ ਤੇ ਪ੍ਰਕਾਸ਼ ਰੂਪ ਹੈ। ਬਾਕੀ ਸਭ ਖਟ ਜੋਤੀਆਂ ਪਰ ਤੇ ਪ੍ਰਕਾਸ਼ਮਾਨ ਨੇ। ਇਹ ਸੂਰਜ ਕਿਸੇ ਹੋਰ ਸੂਰਜ ਤੋਂ ਰੋਸ਼ਨੀ ਲੈ ਰਿਹਾ ਹੈ, ਚੰਦਰਮਾ ਸੂਰਜ ਤੋਂ ਰੋਸ਼ਨੀ ਲੈ ਰਿਹਾ ਹੈ, ਤਾਰੇ ਗ੍ਰਹਿ ਉਹ ਵੀ ਕਿਸੇ ਤੋਂ ਰੋਸ਼ਨੀ ਲੈ ਰਹੇ ਨੇ। ਇਹ ਸਾਰੇ ਪਰ ਤੇ ਪ੍ਰਕਾਸ਼ਮਾਨ ਨੇ, ਪਰ ਉਹ ਵਾਹਿਗੁਰੂ ਸਹਿਭੰਗ ਸੁਤੇ ਪ੍ਰਕਾਸ਼ ਰੂਪ ਹੈ। ਗੁਰ ਪ੍ਰਸਾਦ ਉਹ ਗੁਰ ਚੈਤਨ ਸਰੂਪ ਹੈ ਤੇ ਪ੍ਰਸਾਦ ਆਨੰਦ ਸਰੂਪ ਵੀ ਹੈ। ਜਾਂ ਦੂਸਰਾ ਗੁਰ ਪ੍ਰਸਾਦ ਦਾ ਅਰਥ ਮਹਾਂਪੁਰਖੇ ਵੀ ਕਰਦੇ ਹਨ, ਗੁਰੂ ਦੀ ਕਿਰਪਾ ਦੇ ਨਾਲ ਉਹ ਮਿਲਦਾ ਹੈ। ਜਪ ਜਿਹੜਾ ਜਪ ਸਤਿਗੁਰੂ ਕਹਿੰਦੇ ਨੇ, ਜਿਹੜਾ ਪਿੱਛੇ ਮਹਾ ਮੰਤਰ ਵਾਹਿਗੁਰੂ ਨੇ ਬਖਸ਼ਿਆ ਹੈ, ਜਪ ਇਹਨੂੰ ਜਪੋ, ਇਹ ਜਪਣ ਵਾਸਤੇ ਹੈ। ਹਰ ਗੁਰਸਿੱਖ ਨੂੰ ਜੋ ਪੰਜਾਂ ਪਿਆਰਿਆਂ ਵੱਲੋਂ ਮੂਲ ਮੰਤਰ ਦ੍ਰਿੜ ਕਰਵਾਇਆ ਜਾਂਦਾ ਹੈ, ਉਹਨੂੰ ਜਪਣਾ ਚਾਹੀਦਾ। ਘੰਟਾ ਸਵਾ ਘੰਟਾ ਦਾ ਚਲੋ ਜਪਿਆ ਜਾਵੇ ਨਾ, ਬਾਕੀ ਹੋਰ ਜਿੰਨਾ ਵੱਧ ਜਪੇ ਓਨਾ ਹੀ ਵੱਧ ਲਾਭ ਹੈ। ਤੇ ਜਪ ਬਾਣੀ ਦਾ ਵੀ ਨਾਮ ਹੈ। ਅੱਗੇ ਆਦ ਸੱਚ ਜੁਗਾਦ ਸੱਚ ਸਤਿਗੁਰੂ ਕਹਿੰਦੇ ਨੇ, ਜੋ ਇੱਕ ਓੰਕਾਰ ਅਕਾਲ ਪੁਰਖ ਹੈ, ਜਿਹਦੀ ਵਿਆਖਿਆ ਪਿੱਛੇ ਮਹਾ ਮੰਤਰ ਦੇ ਵਿੱਚ ਕੀਤੀ ਹੈ। ਆਦ ਸੱਚ ਉਹ ਕਿਸੇ ਸਮੇਂ ਹੋਇਆ ਹੋਵੇਗਾ, ਪਰ ਸਤਿਗੁਰੂ ਕਹਿੰਦੇ ਨਹੀਂ, ਉਹ ਤੇ ਸਾਰੇ ਸਮਿਆਂ ਦੇ ਵਿੱਚ ਹੀ ਹੈ। ਆਦ ਸੱਚ ਜਦੋਂ ਸੰਸਾਰ ਨਹੀਂ ਸੀ, ਉਸ ਵੇਲੇ ਵੀ ਉਹ ਸੱਚ ਸਰੂਪ ਵਾਹਿਗੁਰੂ ਮੌਜੂਦ ਸੀ। ਜੁਗਾਦ ਸੱਚ, ਯੁਗ ਦਾ ਅਰਥ ਹੈ ਸਮਾਂ। ਜਦੋਂ ਕਾਲ ਦੀ ਸਿਰਜਣਾ ਹੋਈ, ਯੁਗ ਬਣੇ, ਸਤਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ, ਉਸ ਵੇਲੇ ਵੀ ਵਾਹਿਗੁਰੂ ਪਰਮੇਸ਼ਰ ਮੌਜੂਦ ਸੀ। ਉਹਨੇ ਹੀ ਤੇ ਕਾਲ ਦੀ ਸਿਰਜਣਾ ਕੀਤੀ ਹੈ। ਵੀ ਸੱਚ ਉਹ ਹੁਣ ਵਰਤਮਾਨ ਕਾਲ ਦੇ ਵਿੱਚ ਵੀ ਸੱਚ ਸਰੂਪ ਵਾਹਿਗੁਰੂ ਵਸ ਰਿਹਾ ਹੈ। ਨਾਨਕ ਹੋਸੀ ਵੀ ਸੱਚ, ਹਜ਼ੂਰ ਕਹਿੰਦੇ ਹੋਸੀ ਅੱਗੇ ਜਿਹੜੀ ਭਵਿੱਖ ਦੀ ਕਿਰਿਆ ਨਾਲ ਸੰਬੰਧਿਤ ਸ਼ਬਦ ਹੈ, ਉਹ ਅੱਗੇ ਨੂੰ ਵੀ ਅਕਾਲ ਪੁਰਖ ਵਾਹਿਗੁਰੂ ਸੱਚ ਸਰੂਪ ਹੀ ਹੋਵੇਗਾ। ਇਸ ਲਈ ਸਾਨੂੰ ਸਤਿਗੁਰੂ ਮਹਾਰਾਜ ਨੇ ਇੱਕ ਨਾਲ ਜੋੜਿਆ ਹੈ ਤੇ ਇੱਕ ਦੀ ਵਿਆਖਿਆ ਮੂਲ ਮੰਤਰ ਦੇ ਵਿੱਚ ਕੀਤੀ ਹੈ। ਤੇ ਆਦ ਸੱਚ ਜੁਗਾਦ ਸੱਚ ਕਹਿ ਕੇ ਗੁਰੂ ਮਹਾਰਾਜ ਨੇ ਉਸ ਵਾਹਿਗੁਰੂ ਦੀ ਸਤਤਾ ਨੂੰ, ਸदैवी ਹਸਤੀ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਿਆਨ ਕੀਤਾ ਹੈ। ਤੇ ਸਾਨੂੰ ਉਹਦੇ ਨਾਲ ਹੀ ਸਤਿਗੁਰੂ ਮਹਾਰਾਜ ਨੇ ਜੋੜਨ ਦਾ ਉਪਰਾਲਾ ਕੀਤਾ ਹੈ। ਇੱਕ ਓੰਕਾਰ ਬੀਜ ਮੰਤਰ ਹੈ, ਮੂਲ ਮੰਤਰ ਗੁਰਬਾਣੀ ਦਾ ਮੁੱਢਲਾ ਮੰਤਰ, ਇਹ ਇੱਕ ਮੁੱਢ ਹੈ। ਇਹਦੀ ਵਿਆਖਿਆ ਜਪਜੀ ਸਾਹਿਬ ਦੇ ਵਿੱਚ ਹੈ ਤੇ ਜਪਜੀ ਸਾਹਿਬ ਦੀ ਸਾਰੀ ਵਿਆਖਿਆ ਬਾਕੀ ਹੋਰ ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਹੈ। ਜਾਂ ਇਉਂ ਕਹਿ ਦਿਓ, ਇੱਕ ਓੰਕਾਰ ਤੋਂ ਹੀ ਸਾਰੀ ਬਾਣੀ ਅੱਗੇ ਸ਼ੁਰੂ ਹੋਈ ਤੇ ਇੱਕ ਓੰਕਾਰ ਦਾ ਹੀ ਅੱਗੇ ਸਾਰਾ ਅਨੁਵਾਦ ਤੇ ਉਹਦੀ ਵਿਆਖਿਆ, ਉਹਦਾ ਖੁਲਾਸਾ ਸਾਰੀ ਬਾਣੀ ਦੇ ਵਿੱਚ ਆਉਂਦਾ ਹੈ। ਇਸ ਢੰਗ ਦੇ ਨਾਲ ਗੁਰੂ ਮਹਾਰਾਜ ਨੇ ਇਹ ਮੂਲ ਮੰਤਰ ਉਚਾਰਨ ਕੀਤਾ ਹੈ। ਇਹਦੀ ਆਪਾਂ ਕੁਝ ਵਿਸ਼ੇਸ਼ ਵਿਚਾਰ ਆਪਾਂ ਕੀਤੀ ਹੈ। ਬਾਕੀ ਅੱਗੇ ਜੋ ਜਪਜੀ ਸਾਹਿਬ ਜੀ ਦੀ ਪਹਿਲੀ ਪੌੜੀ ਹੈ, ਉਹਦੀ ਕਥਾ ਆਪਾਂ ਆਰੰਭ ਕਰਾਂਗੇ। ਸੋ ਅੱਜ ਇੰਨਾ ਕੁ ਸਮਾਂ ਸੰਗਤਾਂ ਨੇ ਹਾਜ਼ਰੀ ਪ੍ਰਵਾਨ ਕਰਨੀ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ